मेरे प्यारे वीरो बजुर्गो ते मातावां भैणां, ਤੁਹਾਡਾ बहुत बहुत ਧੰਨਵਾਦ है जो ਤੁਸੀਂ बड़े लंबे समय तो इस घोल ਦੇ ਵਿੱਚ शामिल हो रहे हो। इस काले कानून पास होया ਨੂੰ लगभग 1 साल हो चुकिया है। ਆਪਾਂ 1 साल तो इन्हां सड़कों ते बैठ के इन्हां दरियां ते बैठ के मोदी ਨੂੰ रो रहे हैं। ਆਪਾਂ ਇਹਦਾ ਵਿਰੋਧ क्यों कर रहे हैं? ਇਹਦੇ ਪਿੱਛੇ ਵੀ बहुत ਵੱਡਾ ਕਾਰਨ ਹੈ। ਪਹਿਲਾਂ ਵੀ ਆਪਣੇ ਆਗੂ ਦੱਸਦੇ ਰਹੇ ਆ ਕਿ ਇਹ ਇੱਕ ਅਰਥ ਵਿਵਸਥਾ ਦੇ ਸੰਕਟ ਵਜੋਂ ਬਹਾਨਾ ਬਣਾ ਕੇ ਇਹਨਾਂ ਚੀਜ਼ਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਜਿਹੜਾ ਮਾਡਲ ਆਪਣੇ ਮੋਦੀ ਸਾਹਿਬ ਲੈ ਕੇ ਆ ਰਿਹਾ ਹੈ, ਇਹ ਅਮਰੀਕਾ ਵਿੱਚ ਵਰਤ ਚੁੱਕੇ ਆ। ਉੱਥੇ ਇਹ ਮਾਡਲ ਬਿਲਕੁਲ ਫੇਲ ਹੋਇਆ। ਅਮਰੀਕਾ ਵਿੱਚ 100 ਏਕੜ ਤੋਂ ਉੱਪਰ ਦੇ ਫਾਰਮ ਬਣੇ ਹੋਏ ਆ, ਹਜ਼ਾਰ ਏਕੜ 1500 ਏਕੜ ਦੇ ਫਾਰਮ ਬਣੇ ਹੋਏ ਆ। ਉੱਥੇ ਲਗਭਗ 6% ਲੋਕ ਹੀ ਖੇਤੀ ਕਰਦੇ ਆ, ਬਾਕੀ ਆਪਣੇ ਹੋਰ ਕੰਮਾਂ ਕਾਰਾਂ 'ਤੇ ਲੱਗੇ ਹੋਏ ਆ। ਅਤੇ ਜਦੋਂ ਉੱਥੇ ਉਹਨਾਂ ਨੇ ਇਹ ਮਾਡਲ ਪੇਸ਼ ਕੀਤਾ, 2-3 ਸਾਲ ਚਲਾਇਆ, ਤਾਂ ਉੱਥੇ ਖੇਤੀ ਇੰਨੇ ਘਾਟੇ ਚੜੀ ਗਈ ਕਿ ਸਿਰਫ 1.5% ਲੋਕ ਹੀ ਰਹਿ ਗਏ ਜਿਹੜੇ ਖੇਤੀ ਕਰਦੇ ਸੀ। ਬਾਕੀ ਜਿਹੜੇ 4.5% ਲੋਕ ਸੀ ਉਹਨਾਂ 'ਤੇ ਹੋਰ ਵੀ ਆਰਥਿਕ ਮਾਰ ਪੈ ਗਈ। ਉਹ ਇਹ ਕਿੱਤਾ ਛੱਡ ਕੇ ਚਲੇ ਗਏ। ਅਤੇ ਭਰਾਵੋ ਉਹੀ ਪਾਲਿਸੀਆਂ ਇਹ ਇੱਥੇ ਅਪਣਾਉਣਾ ਚਾਹੁੰਦੇ ਆ ਵੀ ਅਸੀਂ ਇੱਕ ਵਾਰੀ ਇਹਨਾਂ ਤੋਂ ਇਹ ਕਾਨੂੰਨ ਪਾਸ ਕਰਕੇ ਇਹ ਪਾਲਿਸੀਆਂ ਲਾਗੂ ਕਰ ਦਈਏ ਅਤੇ ਜਿਹੜੇ ਛੋਟੇ ਕਿਸਾਨ ਹੈ 2-2 3-3 4-4 ਕਿੱਲਿਆਂ ਵਾਲੇ, ਉਹ ਆਪਣੇ ਆਪ ਇਹਨਾਂ ਚੀਜ਼ਾਂ ਤੋਂ ਅੱਕ ਕੇ ਇਹ ਜ਼ਮੀਨਾਂ ਸਾਨੂੰ ਛੱਡ ਕੇ ਚਲੇ ਜਾਣ। ਇਸੇ ਕਰਕੇ ਆਪਾਂ ਇਹਨਾਂ ਸੜਕਾਂ 'ਤੇ ਬੈਠ ਕੇ ਮੋਦੀ ਸਰਕਾਰ ਨੂੰ ਰੋਂਦੇ ਹਾਂ ਵੀ ਸਾਨੂੰ ਰੋਟੀ ਖਾਂਦਿਆਂ 'ਚ ਰਹਿ ਜਾਣ ਦੇ। ਅਰਥ ਵਿਵਸਥਾ ਜੋ ਡਾਊਨ ਹੁੰਦੀ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇਸ ਕੰਟਰੀ 'ਚ ਪੈਸਾ ਮੁੱਕ ਗਿਆ। ਪੈਸਾ ਕਿਤੇ ਨਹੀਂ ਮੁੱਕਦਾ ਹੁੰਦਾ, ਇਹ ਲੋਕਾਂ ਦੀਆਂ ਮੰਗਾਂ ਘਟ ਜਾਂਦੀਆਂ। ਜਿੱਦਾਂ ਅੱਜ ਮੰਨ ਲਓ ਆਪਣੇ 'ਤੇ ਆਰਥਿਕ ਸੰਕਟ ਪੈ ਜਾਂਦਾ ਹੈ, ਆਪਾਂ ਇਹਨਾਂ ਦੁਕਾਨਾਂ 'ਤੇ ਸਮਾਨ ਖਰੀਦਣੋਂ ਹਟ ਜਾਵਾਂਗੇ, ਕੱਪੜੇ ਖਰੀਦਣੋਂ ਹਟ ਜਾਵਾਂਗੇ, ਬੂਟ ਖਰੀਦਣੋਂ ਹਟ ਜਾਵਾਂਗੇ। ਉੱਥੋਂ ਕੀ ਹੋਊਗਾ? ਉਹ ਜਿਹੜੇ ਦੁਕਾਨਾਂ 'ਤੇ ਔਡਰ ਲੈਣ ਆਉਣਗੇ ਉਹਨਾਂ ਨੂੰ ਕਹਿਣਗੇ ਵੀ ਸਾਡਾ ਤਾਂ ਪਹਿਲਾਂ ਵਾਲਾ ਨਹੀਂ ਵਿਕਿਆ ਯਾਰ, ਵੀ ਅਸੀਂ ਨਹੀਂ ਔਡਰ ਲੈਣਾ। ਪਹਿਲਾਂ ਵਾਲਾ ਸਮਾਨ ਵਿਕੂਗਾ ਫੇਰ ਹੀ ਔਡਰ ਲਾਵਾਂਗੇ, ਫੇਰ ਹੀ ਸਮਾਨ ਵਿਕਾਊਗਾ। ਉਹ ਵਾਪਸ ਫੈਕਟਰੀ ਚਲਾ ਜਾਂਦਾ ਹੈ, ਫੈਕਟਰੀ ਦੇ ਮਾਲਕ ਨੂੰ ਕਹਿੰਦਾ ਵੀ ਸਮਾਨ ਤਾਂ ਆਪਣਾ ਵਿਕ ਨਹੀਂ ਰਿਹਾ, ਅੱਗੇ ਦੁਕਾਨਾਂ 'ਚ ਉੱਦਾਂ ਹੀ ਪਿਆ, ਉਹਨਾਂ ਨੇ ਔਡਰ ਨਹੀਂ ਦਿੱਤਾ। ਫਿਰ ਉਹ ਸੋਚਦਾ ਗਾ ਵੀ ਜਦੋਂ ਆਪਣਾ ਸਮਾਨ ਹੀ ਨਹੀਂ ਵਿਕ ਰਿਹਾ ਤਾਂ ਆਪਾਂ ਇਹ ਫੈਕਟਰੀ ਬੰਦ ਕਰ ਦਿੰਦੇ ਹਾਂ। ਉਹ ਫੈਕਟਰੀ ਬੰਦ ਕਰ ਦਿੰਦਾ ਹੈ, ਮੁਲਾਜ਼ਮਾਂ ਨੂੰ ਉੱਥੋਂ ਹਟਾ ਦਿੰਦਾ ਹੈ, ਅਤੇ ਉਸ ਵਿਵਸਥਾ ਨੂੰ ਕਹਿੰਦੇ ਆ ਵੀ ਆਰਥਿਕ ਸੰਕਟ ਆ ਗਿਆ ਇਸ 'ਚ। ਫਿਰ ਉਹ ਕੋਈ ਹੋਰ ਕਿੱਤਾ ਭਾਲਦੇ ਆ ਵੀ ਪੈਸਾ ਕਿੱਥੋਂ ਬਣੂਗਾ। ਆਪਣੇ ਪੂਰੇ ਵਰਲਡ 'ਚ ਇੱਕ ਸਰਵੇ ਹੋਇਆ ਸੀ, ਉਹ ਸਰਵੇ 'ਚ ਉਹਨਾਂ ਨੇ ਦੇਖਿਆ ਸੀ ਵੀ ਇਹੋ ਜਿਹੀ ਕਿਹੜੀ ਧਰਤੀ ਹੈ ਜਿੱਥੇ ਸਾਰੀਆਂ ਫਸਲਾਂ ਆਸਾਨੀ ਨਾਲ ਪੈਦਾ ਹੋ ਸਕਦੀਆਂ। ਅਤੇ ਉਹ ਸਰਵੇ 'ਚ ਆਪਣੇ ਪੰਜਾਬ ਨੂੰ ਨੰਬਰ 1 'ਤੇ ਮੰਨਿਆ ਗਿਆ ਸੀ, ਕਿਉਂਕਿ ਇੱਥੇ ਸਾਰੇ ਤਰ੍ਹਾਂ ਦੀਆਂ ਰੁੱਤਾਂ ਆਉਂਦੀਆਂ ਅਤੇ ਸਾਰੇ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਂਦੀਆਂ। ਉਹ ਸਰਵੇ ਤੋਂ ਪ੍ਰਭਾਵਿਤ ਹੋ ਕੇ ਜੋ ਇਹ ਬਾਹਰਲੀਆਂ ਕੰਪਨੀਆਂ WTO, ਇਹਨਾਂ ਨੇ ਜਦੋਂ ਆਪਣੇ ਵਰਲਡ ਬੈਂਕ 'ਚ ਕਰਜ਼ਾ ਲੈਣ ਜਾਂਦੇ ਆ
ਤਾਂ ਉਸ ਵਿੱਚ ਉਹਨਾਂ ਕੰਪਨੀਆਂ, ਚੰਦ ਕੰਪਨੀਆਂ ਦਾ ਪੈਸਾ ਲੱਗਿਆ ਹੁੰਦਾ ਹੈ। ਉਹ ਜਦੋਂ ਆਪਾਂ ਨੂੰ ਕਰਜ਼ਾ ਦਿੰਦੇ ਆ, ਉਹ ਕਰਜ਼ਾ ਦੇਣ ਤੋਂ ਪਹਿਲਾਂ ਕੁਝ ਮੰਗਾਂ ਰੱਖ ਦਿੰਦੇ ਆ ਕਿ ਕਰਜ਼ਾ ਤੈਨੂੰ ਦੇ ਦਿੰਦੇ ਆ, ਤੈਨੂੰ ਸਾਡੀਆਂ ਆ ਮੰਗਾਂ ਮੰਨਣੀਆਂ ਪੈਣਗੀਆਂ ਅਤੇ ਇਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਨਾ ਪਊਗਾ। ਜਿਹੜੀ ਇਹ ਮਾਡਲ ਹੁਣ ਆਪਣੇ ਆ ਰਿਹਾ ਗਾ, ਮੋਦੀ ਪਾਸ ਕਰਨਾ ਚਾਹੁੰਦਾ ਹੈ, ਇਹ ਅੱਜ ਤੋਂ ਲਗਭਗ 20 ਸਾਲ ਪਹਿਲਾਂ ਇਹਦਾ ਫੈਸਲਾ ਨਰਸਿਮਹਾ ਰਾਓ ਕਰ ਗਿਆ ਸੀ, ਪਰ ਉਦੋਂ ਇਹ ਲਾਗੂ ਨਹੀਂ ਸੀ ਹੋਇਆ। ਉਹਨੇ ਵੀ ਖੇਤੀ ਘਾਟੇ ਦਾ ਸੌਦਾ ਦੱਸ ਕੇ ਇਸ ਮਾਡਲ ਨੂੰ ਪਾਸ ਕਰਨਾ ਚਾਹਿਆ ਸੀ, ਪਰ ਉਦੋਂ ਇਹਨਾਂ ਚੀਜ਼ਾਂ 'ਤੇ ਸਹਿਮਤੀ ਨਹੀਂ ਬਣੀ, ਉਹ ਉੱਦਾਂ ਹੀ ਪਿਆ ਰਿਹਾ। ਉਸ ਤੋਂ ਬਾਅਦ ਇਹ ਚੱਲਦਾ ਗਿਆ। ਹੁਣ ਜਦੋਂ ਮੋਦੀ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਜਿਹੜੀਆਂ ਕੰਪਨੀਆਂ ਇਹਨਾਂ ਨੂੰ ਪੈਸਾ ਦਿੰਦੀਆਂ, ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਇਹਦੀ ਧੌਣ 'ਤੇ ਗੋਡਾ ਰੱਖਿਆ ਸੀ ਕਿ ਤੈਨੂੰ ਪ੍ਰਧਾਨ ਮੰਤਰੀ ਤਾਂ 2 ਵਾਰ ਬਣਾਤਾ, ਅਤੇ ਆਹ ਜਿਹੜੀਆਂ ਸ਼ਰਤਾਂ ਰੱਖੀਆਂ ਸੀ ਇਹ ਤੇਰਾ ਪਿਓ ਪੂਰੀਆਂ ਕਰੂਗਾ। ਉਸ ਤੋਂ ਡਰ ਕੇ ਇਹਨੇ ਇਹ ਕਾਨੂੰਨ ਲਾਗੂ ਕਰਨੇ ਚਾਹੇ ਤਾਂ ਇਹਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਕੀ ਹੋਇਆ, ਇੱਕ ਕਰੋਨਾ ਬਿਮਾਰੀ ਆਈ, ਜਿਹਦਾ ਕਰਕੇ ਪ੍ਰਸ਼ਾਸਨ ਨੇ ਆਪਾਂ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਅੰਦਰ ਘਰਾਂ 'ਚ ਵਾੜਤਾ। ਤਾਂ ਮੋਦੀ ਨੇ ਸੋਚਿਆ ਵੀ ਇਦੋਂ ਚੰਗਾ ਸਮਾਂ ਕੋਈ ਨਹੀਂ ਮਿਲਣਾ ਇਹ ਕਾਨੂੰਨ ਪਾਸ ਕਰਨ ਵਾਸਤੇ। ਤਾਂ ਉਸਨੇ ਕਰੋਨਾ ਦੀ ਆੜ ਨੂੰ ਦੇਖਦੇ ਹੋਏ ਰਾਤ ਨੂੰ 12 ਵਜੇ ਤੱਕ ਸੰਸਦ ਚਲਾ ਕੇ ਇਹ ਕਾਨੂੰਨ ਪਾਸ ਕੀਤੇ ਆ। ਆਪਾਂ ਇਹਨਾਂ ਦਾ ਵਿਰੋਧ ਇਸੇ ਕਰਕੇ ਕਰ ਰਹੇ ਹਾਂ ਕਿ ਜਦੋਂ 100 ਏਕੜ ਵਾਲੇ, 1000 ਏਕੜ ਵਾਲੇ ਕਿਸਾਨ ਬਾਹਰਲੇ ਦੇਸ਼ਾਂ ਦੇ ਖੇਤੀ ਨੂੰ ਘਾਟੇ ਦਾ ਸੌਦਾ ਦੱਸ ਕੇ ਹੱਥ ਖੜੇ ਕਰਕੇ ਚਲੇ ਗਏ, ਤਾਂ ਫਿਰ ਆਪਣਾ 2-2 3-3 ਕਿੱਲੇ ਵਾਲਿਆਂ ਦਾ ਇੱਥੇ ਕੀ ਵੱਟਿਆ ਜਾਊਗਾ। ਬਹੁਤ ਲੋਕ ਕਹਿੰਦੇ ਆ ਕਿ ਯਾਰ ਵਧੀਆ ਜ਼ਮੀਨਾਂ ਲੈ ਲੈਣਾ, ਆਪਾਂ ਤਾਂ ਦਿਹਾੜੀ ਕਰਨੀ ਹੈ, ਕਰ ਲਿਆ ਕਰਾਂਗੇ, ਆਪਾਂ ਤਾਂ ਫ੍ਰੀ ਹੋ ਜਾਵਾਂਗੇ, ਟੈਨਸ਼ਨ ਫ੍ਰੀ ਹੋ ਜਾਵਾਂਗੇ, ਡੱਬੇ ਚੱਕ ਕੇ ਚਲੇ ਜਾਇਆ ਕਰਾਂਗੇ, ਸ਼ਾਮ ਨੂੰ ਵਾਪਸ ਆ ਜਾਇਆ ਕਰਾਂਗੇ। ਪਰ ਭਰਾਵੋ, ਜਦੋਂ ਖੇਤੀ ਇਹਨਾਂ ਦੇ ਹੱਥਾਂ 'ਚ ਆ ਗਈ, ਕਣਕ ਇਹਨਾਂ ਦੇ ਹੱਥਾਂ 'ਚ ਆ ਗਈ, ਇਹ ਆਪਾਂ ਨੂੰ 20 ਰੁਪਏ ਕਣਕ ਨਹੀਂ ਦੇਣੀ ਇਹਨਾਂ ਨੇ। ਇਹਨਾਂ ਦਾ ਮਨ ਮਰਜ਼ੀ ਦਾ ਰੇਟ ਹੋਊਗਾ, 200 ਰੁਪਏ ਕਿੱਲੋ, 300 ਰੁਪਏ ਕਿੱਲੋ, ਇੱਦਾਂ ਹੀ ਸਬਜ਼ੀਆਂ ਹੋਣਗੀਆਂ। ਇਹਨਾਂ ਨੇ ਪਾਲਿਸੀਆਂ ਇਹੋ ਜਿਹੀਆਂ ਲਾਗੂ ਕਰ ਦੇਣੀਆਂ, ਆਪਾਂ ਕੋਈ ਮਰਲੇ ਥਾਂ ਸਬਜ਼ੀ ਵੀ ਨਹੀਂ ਬੀਜ ਸਕਦੇ। ਉਹਦਾ ਵੀ ਆਪਾਂ ਨੂੰ ਜੁਰਮਾਨਾ ਭਰਨਾ ਪਿਆ ਕਰੂਗਾ ਜੇ ਇਹਨਾਂ ਨੂੰ ਪਤਾ ਲੱਗ ਜਾ ਕਰੂਗਾ। ਹੁਣ ਆਪਣੇ ਸਰੋਂ ਸੀ, ਜਿਹੜੀ ਸਰੋਂ ਦੀ ਖੇਤੀ ਤਾਂ ਪਹਿਲਾਂ ਜਿੰਨੀ ਹੋਈ ਆ, ਕੋਈ ਇਹ ਤਾਂ ਹੋਇਆ ਨਹੀਂ ਵੀ ਪਹਿਲਾਂ ਸਰੋਂ ਵੱਧ ਬੀਜੀ ਜਾਂਦੀ ਸੀ, ਇਸ ਵਾਰ ਘੱਟ ਬੀਜੀ ਗਈ ਆ। ਸਗੋਂ ਸਰੋਂ ਤਾਂ ਪਹਿਲਾਂ ਨਾਲੋਂ ਵੱਧ ਬੀਜੀ ਗਈ ਸੀ। ਇਹਨਾਂ ਨੇ ਕੀ ਕੀਤਾ ਸੀ, ਜੋ ਰਾਮਦੇਵ ਦੀ ਕੰਪਨੀ ਹੈ ਪਤੰਜਲੀ, ਉਹਨੇ ਸਾਰੀ ਸਰੋਂ 1000-1500 ਰੁਪਇਆ ਕੁਆਂਟਲ ਜ਼ਿਆਦਾ ਪੈਸੇ ਦੇ ਕੇ ਉਹ ਲੈ ਕੇ ਚਲੇ ਗਏ। ਮੇਰਾ ਖਿਆਲ ਹੈ 5000 ਤੱਕ ਉਹਨਾਂ ਨੇ ਲਈ ਸੀ, 50 ਰੁਪਏ ਕਿੱਲੋ। ਅਤੇ ਉਦੋਂ ਆਪਣੇ ਜਿਹੜਾ ਸਰੋਂ ਦਾ ਤੇਲ ਸੀ ਉਹਦਾ ਰੇਟ ਸੀਗਾ 80 ਰੁਪਏ ਕਿੱਲੋ। ਉਹਨੇ ਜਦੋਂ ਸਾਰੀ ਸਰੋਂ ਆਪਣੇ ਕਬਜ਼ੇ 'ਚ ਕਰ ਲਈ, ਕਬਜ਼ੇ 'ਚ ਕਰਨ ਤੋਂ ਬਾਅਦ ਉਹਨੇ ਆਪਣੀਆਂ ਕੰਪਨੀਆਂ ਦਾ ਰੇਟ ਵਧਾਤਾ। ਸਰੋਂ ਦਾ ਰੇਟ ਕਰਤਾ 9000 ਰੁਪਏ ਕਿੱਲੋ, 9000 ਰੁਪਏ ਕੁਆਂਟਲ, 10000 ਰੁਪਏ ਕੁਆਂਟਲ। ਇਸੇ ਤਰ੍ਹਾਂ ਜਿਹੜਾ ਇਹਦਾ ਤੇਲ ਸੀ ਉਹਦਾ ਰੇਟ ਕਰਤਾ 200 ਤੋਂ ਉੱਪਰ। ਹੁਣ ਇਹ ਖਾਣ ਪੀਣ ਵਾਲੀਆਂ ਚੀਜ਼ਾਂ, ਇਹਨਾਂ ਤੋਂ ਬਿਨਾਂ ਆਪਾਂ ਰਹਿ ਵੀ ਨਹੀਂ ਸਕਦੇ। ਇਹ ਤਾਂ ਕਿਸੇ ਵੀ ਹੱਦ 'ਤੇ ਆਪਾਂ ਨੂੰ ਲੈਣੀਆਂ ਹੀ ਪੈਂਦੀਆਂ, ਅਤੇ ਆਪਾਂ ਮਜਬੂਰੀ ਵਜੋਂ ਉਹਨੂੰ 200 ਰੁਪਏ ਵਿੱਚ ਵੀ ਖਰੀਦਣ ਨੂੰ ਮਜਬੂਰ ਹੋਏ ਪਏ ਹਾਂ।
ਇਸੇ ਤਰ੍ਹਾਂ ਹੀ ਜਿਹੜੋ ਹਿਮਾਚਲ ਹੈ, ਹਿਮਾਚਲ ਦੇ ਲੋਕ ਜਦੋਂ ਆਪਾਂ ਅੰਦੋਲਨ ਸ਼ੁਰੂ ਕੀਤਾ ਹੈ ਉਹ ਆਪਣੇ ਵਿੱਚ ਨਹੀਂ ਸੀ ਆਏ। ਉਹ ਸਮਝਦੇ ਸੀ ਵੀ ਇਹ ਤਾਂ ਯਾਰ ਐਵੇਂ ਭਕਾਈ ਮਾਰੀ ਜਾਂਦੇ ਆ, ਇਹ ਮੋਦੀ ਨੇ ਕੀ ਕਰਨਾ ਯਾਰ, ਇਹਨੇ ਖੇਤੀ ਤੋਂ ਕੀ ਲੈਣਾ ਗਾ। ਉੱਥੇ ਕੀ ਹੋਇਆ, ਪਹਿਲਾਂ ਛੋਟੇ ਛੋਟੇ ਵਪਾਰੀ ਹੁੰਦੇ ਸੀ ਸੇਬਾਂ ਦੇ, ਉਹਨਾਂ ਦੇ ਛੋਟੇ ਛੋਟੇ ਗੜਾਉਣ ਬਣੇ ਹੁੰਦੇ ਸੀ, ਕਿਸੇ ਦਾ 2 ਕਨਾਲਾਂ 'ਚ, ਕਿਸੇ ਦਾ 5 ਕਨਾਲਾਂ 'ਚ, ਕਿਸੇ ਦਾ ਕਿੱਲੇ 'ਚ। ਅਤੇ ਉਹ ਛੋਟੇ ਛੋਟੇ ਵਪਾਰੀ ਜ਼ਿਮੀਂਦਾਰਾਂ ਤੋਂ ਸੇਬ ਖਰੀਦ ਲੈਂਦੇ ਸੀ। ਸੇਬ ਦਾ ਰੇਟ ਹੁੰਦਾ ਸੀ 20 ਰੁਪਏ, 22 ਰੁਪਏ, 23 ਰੁਪਏ, ਇੱਦਾਂ ਖਰੀਦ ਲੈਂਦੇ ਸੀ। ਅਤੇ ਉੱਥੇ ਅਡਾਨੀ ਨੇ ਆਪਣੇ ਸੈਲੋ ਗੋਦਾਮ ਜਿੱਦਾਂ ਮੋਗੇ ਖੋਲ੍ਹਿਆ, ਇਸ ਤਰ੍ਹਾਂ ਦੇ ਵੱਡੇ ਵੱਡੇ ਗੋਦਾਮ ਬਣਾ ਲਏ। ਗੋਦਾਮ ਬਣਾਉਣ ਤੋਂ ਬਾਅਦ ਉਹਨੇ ਕੀ ਕੀਤਾ, ਜਿਹੜਾ ਛੋਟੇ ਵਪਾਰੀ ਜਿਹੜਾ ਰੇਟ ਦਿੰਦੇ ਸੀ ਉਹਨਾਂ ਨੂੰ 23 ਰੁਪਏ, 22 ਰੁਪਏ, 20 ਰੁਪਏ, ਉਦੋਂ 5-7 ਰੁਪਏ ਹੋਰ ਵੱਧ ਦੇਤਾ। ਜਦੋਂ ਉਹਨੇ ਰੇਟ ਵੱਧ ਦੇਤਾ ਤਾਂ ਸਾਰੇ ਜ਼ਿਮੀਂਦਾਰਾਂ ਨੇ ਉਹ ਜਿੰਨੇ ਐਪਲ ਵੇਚਣੇ ਸੀ ਸਾਰੇ ਇੱਕ ਬੰਦੇ ਨੂੰ ਵੇਚਤੇ। ਉਹਦਾ ਹੁਣ ਗੋਦਾਮ ਬਹੁਤ ਵੱਡਾ ਹੈ, ਉਹਨੇ ਸਾਰਾ ਸਟੋਰ ਕਰਕੇ ਰੱਖ ਲਿਆ। ਜਦੋਂ ਉਹਨੇ ਸਟੋਰ ਕੀਤਾ ਤਾਂ ਜਿਹੜਾ ਛੋਟਾ ਵਪਾਰੀ ਵਰਗ ਸੀ ਉਹ ਮੰਨ ਲਓ 22 ਰੁਪਏ ਖਰੀਦ ਕੇ 25 ਰੁਪਏ ਵੇਚ ਦਿੰਦਾ ਸੀ, ਅਤੇ ਉਹਦਾ ਸੀਜ਼ਨ ਨਹੀਂ ਲੱਗਿਆ ਤਾਂ ਉਹਨਾਂ ਨੇ ਹੱਥ ਖੜ੍ਹੇ ਕਰਕੇ ਉਹ ਤੋਂ ਚਲੇ ਗਏ, ਆਪਦਾ ਬਿਜ਼ਨਸ ਬੰਦ ਕਰਤਾ। ਜੋ ਛੋਟੇ ਵਪਾਰੀ ਚਲੇ ਗਏ, ਇਸ ਵਾਰ ਮੈਦਾਨ 'ਚ ਰਹਿ ਗਿਆ ਇਕੱਲਾ ਅਡਾਨੀ। ਤਾਂ ਭਰਾਵੋ ਉਹਨੇ ਕਿਹਾ ਮੈਂ ਤਾਂ 10 ਰੁਪਏ ਲਊਂਗਾ, ਮੈਂ ਤਾਂ 12 ਰੁਪਏ ਲਊਂਗਾ, ਮੈਂ ਤਾਂ 15 ਰੁਪਏ ਲਊਂਗਾ। ਹੁਣ ਉਹ ਮਜਬੂਰ ਬੈਠੇ ਆ, ਨਾ ਤਾਂ ਉਹਨਾਂ ਨੂੰ ਸਿੱਟ ਸਕਦੇ ਆ, ਨਾ ਵੇਚ ਸਕਦੇ ਆ। ਇਹੀ ਹਾਲ ਭਰਾਵੋ ਆਪਣੇ ਨਾਲ ਹੋਣਾ ਹੈ। ਆਪਣੇ ਜਦੋਂ ਇਹਨਾਂ ਵਪਾਰੀਆਂ ਨੇ ਆਉਣਾ ਗਾ, ਵੱਡੇ ਵੱਡੇ ਗੋਦਾਮ ਤਾਂ ਬਣੇ ਹੀ ਹੋਏ ਆ, ਇਹਨਾਂ ਨੇ ਆਪਣੀ ਕਣਕ ਜਿਹੜੀ 2000 ਨੂੰ ਵਿਕਦੀ ਹੈ 2500 ਨੂੰ ਲੈ ਲੈਣੀ ਹੈ। 1 ਸਾਲ ਲੈ ਲੈਣਗੇ, 2 ਸਾਲ ਲੈ ਲੈਣਗੇ, 3 ਸਾਲ ਲੈ ਲੈਣਗੇ। ਜਿਹੜੇ ਛੋਟੇ ਵਪਾਰੀ ਹੈ ਉਹਨਾਂ ਨੇ ਆਪਣੇ ਸੈਲਰ ਬੰਦ ਕਰਕੇ ਭੱਜ ਜਾਣਾ। ਜਦੋਂ ਉਹਨਾਂ ਕੋਲ ਕੋਈ ਕਮਾਈ ਦਾ ਸਾਧਨ ਹੀ ਨਾ ਰਿਹਾ ਤਾਂ ਉਹਨਾਂ ਦੀ ਇੱਕ ਮਜਬੂਰੀ ਬਣ ਜਾਣੀ ਹੈ। ਜਦੋਂ ਮਾਰਕੀਟ 'ਚ ਕੋਈ ਵਪਾਰੀ ਨਾ ਰਿਹਾ, ਇੱਕੋ ਵਪਾਰੀ ਰਹਿ ਗਿਆ, ਤਾਂ ਉਹਨੇ ਭਰਾਵੋ ਮਨਮਰਜ਼ੀ ਦਾ ਰੇਟ ਦੇਣਾ। ਉਹਨੇ ਕਹਿਣਾ ਕਣਕ ਮੈਂ 1000 ਰੁਪਏ ਨੂੰ ਲਊਂਗਾ, ਵੇਚਣੀ ਹੈ ਵੇਚ ਦੇ, ਨਹੀਂ ਆਪਦੀ ਲੈ ਜਾ ਕਿਤੇ ਮਰਜ਼ੀ। ਹੁਣ ਜਿਹੜਾ ਆਪਣਾ ਖਰਚਾ ਤੋਰਦੇ ਆਪਾਂ ਘਰ ਦਾ, ਇਹ ਸਾਰਾ ਖਰਚਾ ਆਪਣੀ ਖੇਤੀ 'ਤੇ ਡਿਪੈਂਡ ਹੈ। ਜੇ ਆਪਾਂ ਕੋਈ ਵਿਆਹ ਸ਼ਾਦੀ ਕਰਦੇ ਹਾਂ, ਕਰਜ਼ਾ ਚੱਕਦੇ ਹਾਂ, ਤਾਂ ਉਹਨੂੰ ਇਹੀ ਕਹਿਣਾ ਵੀ ਭਾਈ ਤੇਰੀ ਫਸਲ ਵੇਚ ਕੇ ਅਸੀਂ ਪੈਸੇ ਮੋੜਾਂਗੇ। ਜਿਹੜੀ ਆਪਾਂ ਫਸਲ ਵੇਚਦੇ ਹਾਂ ਉਹਦਾ ਖਰਚਾ ਤਾਂ ਆਪਾਂ ਭਰਾਵੋ ਉਦੋਂ ਪਹਿਲਾਂ ਹੀ ਕਰ ਚੁੱਕੇ ਹੁੰਦੇ ਹਾਂ, ਅਤੇ ਆਪਣੀ ਮਜਬੂਰੀ ਬਸ ਹੋ ਜੂਗੀ ਕਿ ਆਪਾਂ 1000 ਰੁਪਏ ਨੂੰ ਕਹਿ ਦਾਂਗੇ ਵੀ ਕਣਕ ਭਾਈ ਲੈ ਜਾ ਸਾਡੇ ਤੋਂ। 1000 ਰੁਪਏ ਨੂੰ ਵੇਚਣ ਵਾਸਤੇ ਮਜਬੂਰ ਹੋ ਜਾਣਾ ਆਪਾਂ। ਜਦੋਂ ਕਿਸੇ ਨੇ ਖਰੀਦੀ ਨਾ ਤਾਂ ਉਹ ਭਰਾਵੋ ਉਹਨਾਂ ਨੇ 1000 ਰੁਪਏ ਨੂੰ ਲੈ ਲੈਣੀ ਆ। ਉਸ ਤੋਂ ਇਲਾਵਾ ਹੁਣ ਨਵੀਂ ਗੱਲ ਆ ਰਹੀ ਹੈ ਕਿ ਜਿਹੜੀ ਸਰਕਾਰ ਇੱਕ ਹੋਰ ਪਾਲਿਸੀ ਲੈ ਕੇ ਆ ਰਹੀ ਹੈ ਵੀ ਜਿਹੜੇ ਕੋਲੂ ਹੈ, ਆਪਾਂ ਤੇਲ ਸਰੋਂ ਲੈ ਕੇ ਤੇਲ ਕਢਾ ਲੈਂਦੇ ਹਾਂ, ਉਹ ਬੰਦ ਹੋ ਰਹੇ ਆ। ਇਸੇ ਤਰ੍ਹਾਂ ਚੱਕੀਆਂ ਵੀ ਬੰਦ ਹੋ ਰਹੀਆਂ। ਉਹ ਜਦੋਂ ਕਣਕ ਭਰਾਵੋ ਉਹਨਾਂ ਨੇ ਲੈ ਲਈ, ਚੱਕੀਆਂ ਆਪਣੇ ਕੋਲੇ ਹੋਣੀਆਂ ਨਹੀਂ, ਆਪਾਂ ਪੀਠਾ ਕਿੱਥੋਂ ਕਰਾਂਗੇ? ਮਜਬੂਰੀ 'ਚ ਆਪਾਂ ਨੂੰ ਥੈਲੀਆਂ ਲੈਣੀਆਂ ਪੈਣਗੀਆਂ, ਆਟੇ ਦੀਆਂ ਥੈਲੀਆਂ, 5 ਕਿਲੋ ਦੀ ਥੈਲੀ, 7 ਕਿਲੋ ਦੀ ਥੈਲੀ, 10 ਕਿਲੋ ਦੀ ਥੈਲੀ, ਕਿਲੋ ਦੀ ਥੈਲੀ। ਜਿੰਨੇ ਕਮਾ ਕੇ ਲਿਆਇਆ ਕਰਾਂਗੇ, ਸ਼ਾਮ ਨੂੰ ਆਪਾਂ ਨੂੰ ਫਿਕਰ ਹੋਇਆ ਕਰੂਗਾ ਵੀ ਅੱਜ ਆਪਾਂ ਆਟਾ ਘਰੇ ਲੈ ਕੇ ਜਾਣਾ ਹੈ, ਕਿੱਥੋਂ ਲੈਗੇ। ਸਬਜ਼ੀ ਵਾਸਤੇ ਪੈਸੇ ਨਹੀਂ ਬਚਿਆ ਕਰਨੇ, 4 ਨਾ ਖਾਣ ਵਾਸਤੇ ਮਜਬੂਰ ਹੋ ਜਾਣਾ ਆਪਾਂ। ਸੋ ਭਰਾਵੋ ਇਹਨਾਂ ਗੱਲਾਂ ਕਰਕੇ ਆਪਣੀਆਂ ਜਥੇਬੰਦੀਆਂ ਜਿਹੜੀਆਂ ਉਹ ਬੜੇ ਸੰਜਮ ਨਾਲ ਲੜਾਈ ਲੜ ਰਹੀਆਂ ਕਿ ਲੜਾਈ ਚਾਹੇ ਲੰਬੀ ਹੋ ਜੇ, ਆਪਾਂ ਜਿੱਤਣੀ ਜ਼ਰੂਰ ਹੈ। ਜਿੰਨੀ ਲੜਾਈ ਲੰਮੀ ਹੋ ਜਾਂਦੀ ਹੈ ਉਨੇ ਹੀ ਲੋਕ ਜਾਗਰੂਕ ਹੋ ਰਹੇ ਆ, ਉਨੇ ਹੀ ਆਪਣੇ ਨਾਲ ਆ ਰਹੇ ਆ। ਹੁਣ ਜਿਹੜੇ ਹਿਮਾਚਲ ਦੇ
ਲੋਕ ਕਹਿੰਦੇ ਸੀ ਕਿ ਜਥੇਬੰਦੀਆਂ ਕੀ ਹੈ ਯਾਰ, ਕੀ ਰੌਲਾ ਪਾਇਆ ਇਹਨਾਂ ਨੇ। ਉਹ ਆਪਣੇ ਆਪ ਆ ਰਹੇ ਆ ਜਥੇਬੰਦੀਆਂ ਕੋਲੇ ਕਿ ਸਾਨੂੰ ਵੀ ਜਥੇਬੰਦ ਕਰੋ, ਸਾਡੇ ਰਾਜ 'ਚ ਵੀ ਜਥੇਬੰਦੀਆਂ ਬਣਾਓ, ਅਸੀਂ ਵੀ ਤੁਹਾਡੇ ਵਾਂਗੂ ਲੜਨਾ ਹੈ, ਅਸੀਂ ਵੀ ਆਪਣੇ ਬਾਗ ਬਚਾਉਣੇ ਆ। ਸੋ ਇੰਨੀਆਂ ਗੱਲਾਂ ਕਹਿੰਦਾ। ਸਾਰਿਆਂ ਦਾ ਧੰਨਵਾਦ।